ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। 7 ਮਈ ਤੱਕ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਮਾਣਯੋਗ ਰਾਉਜ਼ ਐਵਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਮਾਣਯੋਗ ਅਦਾਲਤ ਨੇ ਵਾਅਦਾ ਕੀਤਾ ਹੈ ਕਿ ਕਵਿਤਾ ਦੀ ਗੱਲਬਾਤ ਕੀਤੀ ਜਾਏ ਤਾਂ ਕਿ ਕਵਿਤਾ ਦੀ ਨਿਆਇਕ ਹਿਰਾਸਤ ਦੇ ਵਿੱਚ ਵੀ 7 ਮਈ ਤੱਕ ਵਾਅਦਾ ਕੀਤਾ ਗਿਆ ਹੈ। ਸੋ ਹੁਣ ਅਗਲੀ ਜਿਹੜੀ ਹੈ ਤਰੀਕ ਦੇ ਵਿੱਚ ਅਗਲੀ ਪੇਸ਼ੀ ਦੇ ਦੌਰਾਨ ਦੇਖਣਾ ਹੋਏਗਾ ਕਿ ਕੀ ਕੁਝ ਨਵੀਂ ਅਪਡੇਟ ਮਿਲਦੀ ਹੈ। ਲੇਕਿਨ ਫਿਲਹਾਲ ਦੀ ਘੜੀ ਜੋ ਅਪਡੇਟ ਮਿਲ ਰਹੀ ਹੈ ਕਿ 7 ਮਈ ਤੱਕ ਅਰਵਿੰਦ ਕੇਜਰੀਵਾਲ ਤੇ ਕੇ ਕਵਿਤਾ ਦੀ ਜਿਹੜੀ ਨਿਆਇਕ ਹਿਰਾਸਤ ਆ ਉਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ। ਵੀਡੀਓ ਕਾਨਫਰੰਸ ਰਾਹੀਂ ਦੋਵਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਰਾਉਜ਼ ਐਵਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ। 7 ਮਈ ਤੱਕ ਦੋਵਾਂ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ। ਵੀਡੀਓ ਕਾਨਫਰੰਸ ਜ਼ਰੀਏ ਦੋਵਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਦੋਵਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ, ਜਿਸ ਦੇ ਵਿੱਚ ਦਲੀਲਾਂ ਤਕਰੀਰਾਂ ਦੇ ਰੱਖਦੇ ਹੋਏ ਉਸ ਦੇ ਮੱਦੇਨਜ਼ਰ ਮਾਣਯੋਗ ਰਾਉਜ਼ ਐਵਨਿਊ ਕੋਰਟ ਨੇ 7 ਮਈ ਤੱਕ ਅਰਵਿੰਦ ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ। ਸੋ ਰਾਉਜ਼ ਐਵਨਿਊ ਕੋਰਟ ਨੇ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਹੈ। ਸੋ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਜਿਸ ਹਿਸਾਬ ਦੇ ਨਾਲ ਕਈਆਂ ਦੀ ਗ੍ਰਿਫਤਾਰੀ ਹੋਈ ਹੈ ਤੇ ਕਈਆਂ ਦੀਆਂ ਨਿਆਇਕ ਹਿਰਾਸਤਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਤਾਂ ਉਸ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਕੇ ਕਵਿਤਾ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ। 7 ਮਈ ਤੱਕ ਨਿਆਇਕ ਹਿਰਾਸਤ ਵਧਾਈ ਗਈ ਹੈ। ਵੀਡੀਓ ਕਾਨਫਰੰਸ ਰਾਹੀਂ ਦੋਵਾਂ ਨੂੰ ਦਿੱਲੀ ਦੀ ਮਾਣਯੋਗ ਰਾਉਜ਼ ਐਵਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਤਾਂ ਹੁਣ ਅਗਲੀ ਤਰੀਕ ਜਿਹੜੀ ਪਈ ਹੈ ਤਾਂ 7 ਮਈ ਤੱਕ ਜਿਹੜੀ ਹੈ ਨਿਆਇਕ ਹਿਰਾਸਤ ਵਧਾਈ ਗਈ ਹੈ। ਉਸ ਤੋਂ ਬਾਅਦ ਮੁੜ ਤੋਂ ਪੇਸ਼ੀ ਹੋਏਗੀ। ਦੇਖਣ ਵਾਲੀ ਗੱਲ ਰਹੇਗੀ ਕਿ ਕੀ ਕੁਝ ਨਵੀਂ ਅਪਡੇਟ ਮਿਲਦੀ ਹੈ, ਕੀ ਕੁਝ ਨਵੇਂ ਜਿਹੜੇ ਨੇ ਆਦੇਸ਼ ਸੁਣਨ ਨੂੰ ਮਿਲਦੇ। ਸੋ 7 ਮਈ ਤੱਕ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ, ਕੇ ਕਵਿਤਾ ਦੀ ਵੀ ਨਿਆਇਕ ਹਿਰਾਸਤ ਦੇ ਵਿੱਚ 7 ਮਈ ਤੱਕ ਵਾਧਾ ਕੀਤਾ ਗਿਆ। ਦਿੱਲੀ ਸ਼ਰਾਬ ਘੁਟਾਲਾ ਮਾਮਲਾ ਜਿਸ ਦੇ ਮੱਦੇਨਜ਼ਰ ਕਈਆਂ ਦੀ ਗ੍ਰਿਫਤਾਰੀ ਹੋਈ ਹੈ, ਕਈਆਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਲਿਆ ਗਿਆ, ਤਾਂ ਉਹ ਸਾਰੀ ਜਿਹੜੀ ਚੀਜ਼ ਹੈ ਤਫਤੀਸ਼ ਦੇ ਅਧੀਨ ਹੈ। ਐਨਫੋਰਸਮੈਂਟ ਡਾਇਰੈਕਟੋਰੇਟ 25,000 ਪੰਨੇ ਦਾ ਆਲਰੇਡੀ ਜ਼ਿਕਰ ਕਰ ਚੁੱਕੀ ਹੈ ਮਾਣਯੋਗ ਅਦਾਲਤ ਦੇ ਵਿੱਚ। ਤੇ ਅਰਵਿੰਦ ਕੇਜਰੀਵਾਲ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਵੀ ਇਸ ਮੌਕੇ ਤੇ ਨਜ਼ਰ ਆਏ ਸਨ। ਲੇਕਿਨ PMLA ਐਕਟ ਉਸ ਦੇ ਮੱਦੇਨਜ਼ਰ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਵੱਧਦੀਆਂ ਨੇ ਜਾਂ ਘਟਦੀਆਂ ਨੇ। ਇਹ ਹਾਲਾਂਕਿ ਅਹਿਮ ਅਪਡੇਟ ਰਹੇਗੀ। ਫਿਲਹਾਲ ਦੀ ਘੜੀ 7 ਮਈ ਤੱਕ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ। ਕਿ ਕਵਿਤਾ ਦੀ ਵੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ। ਵੀਡੀਓ ਕਾਨਫਰੰਸ ਰਾਹੀਂ ਦੋਵਾਂ ਦੀ ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ। इसी के साथ हमारे संवाददाता बलराम पांडे फोन लाइन पर जुड़े हैं। बलराम, क्या कुछ अपडेट है जो 7 मई तक अरविंद केजरीवाल और के कविता की न्यायिक हिरासत में बढ़ोतरी की गई है? देखिए, आपको बता दें कि आज अरविंद केजरीवाल और के कविता की जो न्यायिक हिरासत है वो खत्म हो रही थी। यही वजह है कि वो वीडियो कॉन्फ्रेंसिंग के जरिए कोर्ट के सामने पेश हुए और कोर्ट ने उन्हें 7 मई तक न्यायिक हिरासत में भेजा है। हालांकि दोनों नेताओं की तरफ से ना तो कोई जमानत अर्जी दाखिल थी, ना ही कोई राहत की अर्जी थी। यही वजह है कि इन दोनों की जो न्यायिक हिरासत है वो बढ़ाई गई है। और जिस तरीके से 7 मई तक उन्हें न्यायिक हिरासत में भेजा गया है, अगर उन्हें जब तक कोर्ट से कोई राहत नहीं मिलती है या उनकी तरफ से कोई अर्जी दाखिल नहीं होती है, तब तक उनको न्यायिक हिरासत में ही रहना होगा। क्योंकि एक सामान्य प्रक्रिया है कि कोर्ट उन्हें न्यायिक हिरासत में भेजता है और जब न्यायिक हिरासत की अवधि खत्म होती है तो उसके बाद न्यायिक हिरासत बढ़ाई जाती है। हालांकि अगर आरोपी की तरफ से कोई बलराम, अगर हम कानूनी पक्ष की बात करें तो अरविंद केजरीवाल के पक्ष के जो वकील है उनसे आपकी कोई बातचीत हुई है, जैसे आप जानकारी दे रहे हो? देखिए, आपको बता रहे हैं ये न्यायिक प्रक्रिया है। जब न्यायिक हिरासत खत्म होती है तो आरोपी को कोर्ट के सामने पेश होना होता है। लेकिन चाहे वो दिल्ली के मुख्यमंत्री अरविंद केजरीवाल हो या फिर के कविता, दोनों वीडियो कॉन्फ्रेंसिंग के जरिए कोर्ट के सामने पेश हुए और कोर्ट ने इन दोनों को 7 मई तक न्यायिक हिरासत में भेजा है। हालांकि जब तक इनकी तरफ से कोई जमानत अर्जी दाखिल नहीं होती है और कोर्ट की तरफ से इन्हें कोई राहत नहीं दी जाती है, तब तक ये न्यायिक हिरासत में ही रहेंगे। और जैसे ही न्यायिक हिरासत खत्म होती है उस दिन कोर्ट के सामने पेश होना होता है और उसके बाद कोर्ट ये देखती है कि अगर इन्हें कोर्ट से कोई राहत मिली है या ऊपरी अदालत से कोई राहत मिली है तो ठीक है, नहीं मिली है तो फिर उनकी न्यायिक हिरासत को बढ़ा दिया जाता है। और इसी सिलसिले में उन दोनों नेताओं की जो बलराम, एक आखिरी सवाल, हम ये बात जानना चाहते हैं, दर्शक ये बात जानना चाहते हैं कि कानूनी पक्ष क्या कहता है, दापेश क्या लग रहा है? जैसे आप बोल रहे हो कि अभी कोई भी अपील नहीं की गई है, वो जो कानूनी पक्ष के मद्देनजर अरविंद केजरीवाल के वकील की तरफ से,
क्या दापेच क्या हो सकता है कानूनी पक्ष की अगर हम बात करें आने वाले समय में? देखिए आपको बता दें कि अरविंद केजरीवाल की तरफ से उनकी गिरफ्तारी को चुनौती देने वाली जो अर्जी है वो सुप्रीम कोर्ट में दाखिल है, जिस पर सुनवाई चल रही है। हालांकि चाहे ईडी का पक्ष हो, उसे भी 24 अप्रैल तक का वक्त दिया गया है कि वो अपना पक्ष कोर्ट में दाखिल करे। 27 अप्रैल तक अरविंद केजरीवाल को वक्त दिया गया है कि वो ईडी के जवाब पर अपना जवाब दाखिल करे और उसके बाद कोर्ट दोनों मामलों को देखते हुए फिर सुनवाई करेगा। और जिस तरीके से अरविंद केजरीवाल ने सुप्रीम कोर्ट में अर्जी दाखिल की है अपनी गिरफ्तारी को चुनौती देते हुए और साथ ही अंतरिम राहत की मांग की है, तो उस पर जब तक कोर्ट का कोई फैसला नहीं आता या फिर वो नियमित जमानत के लिए निचली अदालत में कोई अर्जी दाखिल नहीं करते हैं, तब तक उनको राहत नहीं मिलेगी। लेकिन अब देखने वाली बात यह होगी कि जो सुप्रीम कोर्ट में उन्होंने अर्जी दाखिल की है उसमें उन्हें सुप्रीम कोर्ट से राहत मिलती है या फिर नहीं। जी ठीक, बहुत बहुत शुक्रिया बलराम तमाम जानकारी देने के लिए।